सत श्री अकाल जी। स्वागत है तुहाडा बड़े ही खास शो विच जिस विच अज आपां डिस्कस करन जा रहे हैं F2 ਜਾਂ स्पाउस वीज़ा बारे। सो पहला ते आपां गल करदे हां कि F2 वीज़ा की हुंदा है। मान लो कि तुहाडा हसबैंड ऑलरेडी यूएस पढ़न जा चुका है ਜਾਂ तुहाडे हसबैंड दा प्लान है यूएस पढ़न दा ते उन्हां दा वीज़ा होएगा F1। सो इस दे नाल तुहाडी वाइफ ਜਾਂ ਤੁਹਾਡੇ ਜਿਹੜੇ ਬੱਚਿਆਂ ਦਾ ਵੀਜ਼ਾ ਹੋਏਗਾ ਉਹ ਹੋਏਗਾ F2 ਵੀਜ਼ਾ, ਜਿਹਨੂੰ ਆਪਾਂ ਸਪਾਊਸ ਵੀਜ਼ਾ ਕਹਿ ਸਕਦੇ ਹਾਂ। ਅਤੇ ਜਿਹੜੀ ਬੱਚਿਆਂ ਦੀ ਏਜ ਹੈ ਉਹ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ F2 ਵੀਜ਼ਾ ਅਪਲਾਈ ਕਰਨ ਲਈ। ਸੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ F2 ਦਾ ਸਕਸੈਸ ਰੇਟ ਕਿੰਨਾ ਕੁ ਹੈ। ਦੇਖੋ, ਜੇ ਤੁਸੀਂ IBT ਦੀ ਗੱਲ ਕਰੋ, IBT ਓਵਰਸੀਜ਼ ਦੀ ਗੱਲ ਕਰੋ ਤੇ F2 ਦਾ ਸਕਸੈਸ ਰੇਟ 100% ਹੈ, ਕਿਉਂਕਿ ਜਿਹੜਾ F2 ਦਾ ਕੇਸ ਹੈ ਉਹ ਮੈਂ ਬੜਾ ਕੇਅਰਫੁਲੀ ਹੈਂਡਲ ਕਰਦਾ, ਬਿਕੋਜ਼ F2 ਦਾ ਕੇਸ ਬੜਾ ਕ੍ਰੂਸ਼ੀਅਲ ਹੁੰਦਾ ਹੈ ਅਤੇ ਜੇ एक बार रिफ्यूजल है दूजी बार वीज़ा लेना बड़ा मुश्किल होंदा है। सो F2 के केस विच गोल्डन रूल यही है कि तुसी पहला हसबैंड नूं उत्थे पहुंचण दो, हसबैंड अपनी स्टडी स्टार्ट कर लवे ते हसबैंड दा एक समैस्टर कंप्लीट होने दे नियर बाय, लेट्स सपोज 4.5 ਜਾਂ 4 महीने का एक समैस्टर है, ਜਦੋਂ 3 ਮਹੀਨੇ ਕੰਪਲੀਟ ਹੋ ਚੁੱਕੇ ਆ, ਜਦੋਂ ਆਪਾਂ ਇੱਕ ਰੈਪੂਟੇਸ਼ਨ ਬਣਾ ਚੁੱਕੇ ਆ ਐਮਬੈਸੀ ਨਾਲ ਜਾਂ ਯੂਨੀਵਰਸਿਟੀ ਨਾਲ ਕਿ ਹਾਂ ਬੱਚਾ ਜੈਨੂਇਨ ਹੈ, ਉਹ ਯੂਐਸ ਜਾ ਕੇ ਪੜ੍ਹ ਰਿਹਾ ਹੈ ਜਾਂ ਉਹਨੇ ਫਿਊਚਰ ਆਪਣੀ ਸਟੱਡੀ ਕੰਟੀਨਿਊ ਕਰਨੀ ਹੈ। ਸੋ ਆਪਾਂ ਉਸ ਤੋਂ ਬਾਅਦ ਵਾਈਫ ਦਾ ਜਾਂ 21 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਦਾ F2 ਇੰਟਰਵਿਊ ਸ਼ਡਿਊਲ ਕਰਵਾਉਂਦੇ ਆ। ਸੋ ਸ਼ਡਿਊਲ ਕਰਵਾਉਣ ਦਾ ਮਤਲਬ ਇਹ ਹੈ ਕਿ ਜਿੱਥੇ ਹਸਬੈਂਡ ਪੜ੍ਹਨ ਗਿਆ ਹੈ, ਆਪਾਂ ਐਗਜ਼ਾਮਪਲ ਲੈਂਦੇ ਆ ਪਰਡਿਊ ਯੂਨੀਵਰਸਿਟੀ ਦੀ। ਮੰਨ ਲਓ ਕਿ ਹਸਬੈਂਡ ਕੋਈ ਬੈਚਲਰਸ ਜਾਂ ਮਾਸਟਰਸ ਦਾ ਕੋਰਸ ਕਰਨ ਗਿਆ ਪਰਡਿਊ ਯੂਨੀਵਰਸਿਟੀ ਇੰਡੀਆਨਾ ਦੇ ਵਿੱਚ। ਸੋ ਉਹ ਹੀ ਯੂਨੀਵਰਸਿਟੀ ਤੋਂ ਤੁਹਾਡਾ ਕੰਸਲਟੈਂਟ ਤੁਹਾਡੇ ਲਈ I-20 ਫਾਰਮ ਇਸ਼ੂ ਕਰਵਾਏਗਾ। ਮਤਲਬ ਜੇ ਇਸ ਕੇਸ ਵਿੱਚ ਹਸਬੈਂਡ ਜਾ ਚੁੱਕਾ ਹੈ, ਵਾਈਫ ਦੇ ਨਾਲ 2 ਬੱਚੇ ਹਨ, ਸੋ ਵਾਈਫ ਦਾ ਵੀ I-20 ਫਾਰਮ ਆਏਗਾ ਯੂਨੀਵਰਸਿਟੀ ਦੁਆਰਾ ਅਤੇ 2 ਬੱਚਿਆਂ ਜਿਨ੍ਹਾਂ ਦੀ ਏਜ 21 ਸਾਲ ਤੋਂ ਘੱਟ ਹੈ ਉਹਨਾਂ ਦੇ ਵੀ 2 ਫਾਰਮ ਹੋਣਗੇ। ਸੋ ਉਹਦੇ ਬੇਸ ਤੇ ਉੱਪਰ ਆਪਾਂ DS 160 ਫਾਰਮ ਫਿਲ ਕਰਦੇ ਹਾਂ, ਉਹਦੇ ਬੇਸ ਦੇ ਉੱਪਰ ਆਪਾਂ ਐਮਬੈਸੀ ਫੀ ਪੇ ਕਰਦੇ ਹਾਂ। ਇਹਦੇ ਵਿੱਚ ਕੋਈ ਵੀ ਸਰਵਿਸ ਫੀ ਨਹੀਂ ਹੁੰਦੀ ਜੇ ਆਪਾਂ F2 ਦੀ ਗੱਲ ਕਰੀਏ। ਸੋ ਜਦੋਂ ਆਪਾਂ ਐਮਬੈਸੀ ਫੀ ਪੇ ਕਰਤੀ, ਆਪਾਂ ਵੀਜ਼ਾ ਸਲੋਟ ਪਿਕ ਕਰ ਲਿਆ, फिर अपना टाइम आंदा जो आप इंटरव्यू लिए अपीयर होंगे। सो ये इंपॉर्टेंट चीज़ां किहड़ियां हन कि जे आप 100% केस क्लीयर करना होवे। सो इंपॉर्टेंट ये है कि जो हसबैंड गया उहदे फंड किन्ने शो किते जां फंड किन्ने शो किते। सो रिकमेंडेड ये हुंदा कि हसबैंड दे फंड्स वाइफ घट शो करे, हसबैंड दे जेड़े मदर फादर है पेरेंट्स है वो ज़्यादा शो करन। मतलब रिकमेंडेड है कि 35 ਤੋਂ 40 ਲੱਖ फंड हसबैंड ਦੇ टाइम ਤੇ शो होए होण ਅਤੇ ਜਦੋਂ ਤੁਸੀਂ ਵਾਈਫ ਨੂੰ ਜਾਂ ਬੱਚਿਆਂ ਨੂੰ ਭੇਜਣਾ ਹੈ ਤੇ ਵਾਈਫ ਦੇ ਘੱਟੋ ਘੱਟ 50 ਲੱਖ ਦੇ ਆਸ-ਪਾਸ ਫੰਡ ਤੇ ਬੱਚਿਆਂ ਦੇ ਘੱਟੋ ਘੱਟ 10 ਲੱਖ ਈਚ। मतलब इस केस विच 3 एप्लीकेंट जिहड़े हन F2 ते जा रहे हैं उन्हां दे 70 ਲੱਖ ਦੇ ਆਸ-ਪਾਸ फंड्स होने चाहिए हैं जे तुसीं शॉर्ट केस लेना है। सो इस तो अगे जे आपां गल करिए कि वीज़ा वाले दिन इंटरव्यू दे विच की पुछा जा सकता है। असी रीसेंटली एक केस अप्रूव करवाया हरप्रीत सिंह दा, जिन्हां दी वाइफ ऑलरेडी इंटरनेशनल अमेरिकन यूनिवर्सिटी पढ़न गई सी, साडे तो ही उन्हां दा वीज़ा होया सीगा इन द मंथ ऑफ जनवरी फैबररी। सो इस तो बाद हसबैंड ते उन्हां दे 2 ਬੱਚਿਆਂ ਦਾ ਹੁਣੇ वीज़ा होया अज तो 2-4 दिन पहला। ਉਹ ਵੀਡੀਓ ਵੀ ਤੁਹਾਡੇ ਨਾਲ ਅਸੀਂ ਬਹੁਤ ਜਲਦੀ ਸ਼ੇਅਰ ਕਰਨ ਵਾਲੇ ਹਾਂ, ਉਹਨਾਂ ਦਾ ਕੀ ਐਕਚੁਅਲ ਐਕਸਪੀਰੀਅੰਸ ਰਿਹਾ। ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਅਸੀਂ ਉਹਨਾਂ ਨੂੰ ਕਿਸ ਚੀਜ਼ਾਂ ਲਈ ਪ੍ਰਿਪੇਅਰ ਕਰਵਾਇਆ। ਦੇਖੋ, ਸਭ ਤੋਂ ਇੰਪੋਰਟੈਂਟ ਹੈ ਕਿ ਜੇ ਆਪਾਂ ਵਾਈਫ ਨੂੰ ਬਾਅਦ ਚ ਭੇਜਣਾ ਹੈ ਤੇ ਉਹਨਾਂ ਕੋਲ ਪ੍ਰੋਪਰਟੀ ਬਹੁਤ ਸਟਰੋਂਗ ਹੋਵੇ ਜਾਂ ਵਾਈਫ ਦਾ ਕੋਈ ਬਿਜ਼ਨਸ ਜਾਂ ਕੋਈ ਪ੍ਰੋਫੈਸ਼ਨ ਜਾਂ ਕੋਈ ਜੌਬ ਹੋਵੇ, ਤਾਂ ਕਿ ਆਪਾਂ ਇਹ ਰੀਜ਼ਨ ਦੱਸ ਦਈਏ ਕਿ ਉਹਨੇ ਉੱਥੇ ਜਾ ਕੇ ਸੈਟਲ ਨਹੀਂ ਹੋਣਾ, ਬਿਕੋਜ਼ ਹਸਬੈਂਡ ਆਲਰੇਡੀ ਜਾ ਚੁੱਕੇ ਆ। ਇਸ ਟਾਈਮ ਉਹਨਾਂ ਦੀ ਵਕੇਸ਼ਨਸ ਹੋਣ ਵਾਲੀਆਂ ਨੇ, ਇੱਕ ਸਮੈਸਟਰ ਕੰਪਲੀਟ ਹੋਣ ਵਾਲਾ ਹੈ। ਸੋ ਇਸ ਕੇਸ ਦੇ ਵਿੱਚ ਆਪਾਂ ਇਹ ਸ਼ੋਅ ਕਰਦੇ ਹਨ ਕਿ ਹਸਬੈਂਡ ਜਾਂ ਬੱਚੇ ਉਹਨੂੰ ਜਾ ਕੇ ਮਿਲਣ ਜਾ ਰਹੇ ਆ ਜਾਂ ਵਾਈਫ ਜਾਂ ਬੱਚੇ ਉਹਨਾਂ ਨੂੰ ਮਿਲਣ ਜਾ ਰਹੇ ਆ, ਉਹ ਆਪਣੇ ਫਾਦਰ ਨੂੰ ਜਾਂ ਜੇ ਉੱਥੇ ਮਦਰ ਗਿਆ ਤੇ ਉਹਨਾਂ ਨੂੰ ਬਹੁਤ ਮਿਸ ਕਰ ਰਹੇ ਹਨ। ਆਪਾਂ ਥੋੜਾ ਜਿਹਾ ਇਮੋਸ਼ਨਲ ਕਰਨਾ ਹੁੰਦਾ ਹੈ। ਸੋ ਇਹਦੇ ਵਿੱਚ ਕੁਐਸਚਨਿੰਗ ਕੀ ਪੁੱਛੀ ਜਾਂਦੀ ਹੈ। ਲੈਟਸ ਸਪੋਜ਼ ਆਪਾਂ ਉਹੀ ਐਗਜ਼ਾਮਪਲ ਲਈ ਕਿ ਹਸਬੈਂਡ ਆਲਰੇਡੀ ਯੂਐਸ ਜਾ ਚੁੱਕੇ ਹਨ ਤੇ ਵਾਈਫ ਤੇ ਬੱਚਿਆਂ ਨੇ ਜਾਣਾ। ਸੋ ਵੀਜ਼ਾ ਆਫਿਸਰ ਕੁਐਸਚਨ ਕੀ ਪੁੱਛ ਸਕਦਾ? ਉਹ ਪੁੱਛ ਸਕਦਾ ਤੁਹਾਡੇ ਹਸਬੈਂਡ ਦੀ ਯੂਨੀਵਰਸਿਟੀ ਕਿਹੜੀ ਹੈ, ਹਸਬੈਂਡ ਕਿਹੜੇ ਕੋਰਸ ਲਈ ਗਏ ਹਨ, ਜਾਂ ਇਹ ਪੁੱਛ ਸਕਦਾ ਹੈ ਕਿ ਤੁਹਾਡਾ ਕੀ ਪ੍ਰੋਫੈਸ਼ਨ ਹੈ। ਇਸ ਤੋਂ ਇਲਾਵਾ ਤੁਸੀਂ ਮੰਥਲੀ ਕਿੰਨਾ ਕਮਾਉਂਦੇ ਹੋ, ਤੁਹਾਡੇ ਕੋਲ ਐਸੈਟਸ ਕਿੰਨੇ ਕੁ ਹਨ, ਤੁਹਾਡੀ ਪ੍ਰੋਪਰਟੀ ਕਿੰਨੀ ਕੁ ਹੈ, ਜਾਂ ਇਸ ਤੋਂ ਇਲਾਵਾ ਤੁਹਾਡੇ ਬੱਚੇ ਕਿਹੜੇ ਸਟੈਂਡਰਡ 'ਚ ਪੜ੍ਹਦੇ ਹਨ। ਦੇਖੋ, ਜੇ ਤਾਂ ਤੁਹਾਡੇ ਬੱਚੇ ਕਿਸੇ ਹਾਇਰ ਕਲਾਸ 'ਚ ਪੜ੍ਹਦੇ ਹਨ, 5ਵੀਂ 6ਵੀਂ 7ਵੀਂ ਜਾਂ 10th ਜਾਂ 11th ਵਿੱਚ, ਤਾਂ ਆਪਣੇ ਕੋਲ ਬਹੁਤ ਸਟਰੋਂਗ ਰੀਜ਼ਨ ਹੈ ਕਿ ਆਪਾਂ ਸਕੂਲ ਦੀ NOC ਲਗਾਈਏ ਜਿਹਦੇ 'ਚ ਬੱਚੇ ਨੂੰ ਸਿਰਫ 1 ਜਾਂ 2 ਮਹੀਨੇ ਦੀ ਛੁੱਟੀ ਮਿਲੇ। ਐਂਡ ਐਟ ਦਾ ਸੇਮ ਟਾਈਮ ਜੇ ਤੁਹਾਡੀ ਵਾਈਫ, ਹਸਬੈਂਡ ਆਲਰੇਡੀ US ਜਾ ਚੁੱਕੇ ਹਨ, ਜੇ ਵਾਈਫ ਇੱਥੇ ਆ ਜਿਨ੍ਹਾਂ ਦਾ ਆਪਾਂ F2 ਕੇਸ ਅਪਲਾਈ ਕਰਨਾ ਹੈ, ਤਾਂ ਉਹ ਇਹ ਸ਼ੋਅ ਕਰੇ ਕਿ ਉਹਨਾਂ ਦੇ ਇੰਪਲਾਇਰ ਨੇ ਉਹਨੂੰ ਇੱਕ NOC
ਵੈਕੈਂਸੀ ਦਿੱਤੀ ਹੈ ਜਿਹੜੀ ਸਿਰਫ 1 ਜਾਂ 1.5 ਮਹੀਨੇ ਲਈ ਵੈਲਿਡ ਹੈ। ਆਪਾਂ ਵੀਜ਼ਾ ਆਫਿਸਰ ਨੂੰ ਇਹ ਕਹਿਣਾ ਹੁੰਦਾ ਕਿ ਅਸੀਂ 2 ਮਹੀਨੇ ਲਈ ਹੱਦ ਤੋਂ ਹੱਦ ਜਾ ਰਹੇ ਹਾਂ ਅਤੇ ਵਾਪਸ ਇਸ ਲਈ ਆਣਾ ਹੈ ਕਿ ਤੁਹਾਡੀ ਵਾਈਫ ਦਾ ਬਿਜ਼ਨਸ ਖਰਾਬ ਹੋ ਜਾਏਗਾ ਜਾਂ ਵਾਈਫ ਦੀ ਜੌਬ ਚਲੇ ਜਾਏਗੀ, ਜਿਹੜੀ ਬਹੁਤ ਇੰਪੋਰਟੈਂਟ ਹੈ। ਐਂਡ ਐਟ ਦਾ ਸੇਮ ਟਾਈਮ ਤੁਹਾਡੇ ਬੱਚਿਆਂ ਦੀ ਸਟੱਡੀਜ਼ ਵੀ ਅਫੈਕਟ ਹੋਣਗੀਆਂ। ਸੋ ਆਪਾਂ ਵੀਜ਼ਾ ਆਫਿਸਰ ਨੂੰ ਹਰ ਟਾਈਮ ਇਹ ਬਿਲੀਵ ਕਰਵਾਉਣਾ ਹੁੰਦਾ ਹੈ ਕਿ ਅਸੀਂ ਡੈਫੀਨੇਟਲੀ ਵਾਪਸ ਆਣਾ ਹੈ, ਕਿਉਂਕਿ ਅਸੀਂ ਇੱਥੇ ਸਾਡੀ ਸਟਰੋਂਗ ਕਮਿਟਮੈਂਟ ਹੈ ਇੰਡੀਆ ਵਿੱਚ। ਸਾਡਾ ਵਾਪਸ ਆਉਣ ਦਾ ਰੀਜ਼ਨ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ। ਫਿਰ F2 ਦਾ ਕੇਸ ਬਿਲਕੁਲ ਨਹੀਂ ਰੁਕਦਾ। ਹਾਂ, ਤੁਹਾਡੀ ਪ੍ਰਾਪਰਟੀ ਬਾਰੇ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ, ਤੁਹਾਡੇ ਹਸਬੈਂਡ ਉੱਥੇ ਕਿੱਥੇ ਰਹਿੰਦੇ ਹਨ ਜਾਂ ਤੁਸੀਂ ਕਿਹੜੀ ਲੋਕੇਸ਼ਨ ਤੇ ਜਾ ਕੇ ਰਹਿਣਾ। ਹਾਂ, ਇੱਕ ਇੰਪੋਰਟੈਂਟ ਗੱਲ, ਹਸਬੈਂਡ ਕੋ ਆਪਣੀ ਅਕੋਮੋਡੇਸ਼ਨ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਆਪਾਂ ਇਹ ਸ਼ੋਅ ਕਰਦੇ ਕਿ ਹਸਬੈਂਡ ਜਿਹੜੇ ਪਰਡਿਊ ਯੂਨੀਵਰਸਿਟੀ ਪੜ੍ਹ ਰਹੇ ਆ ਉਹ ਪਰਡਿਊ ਦੇ ਹੋਸਟਲ 'ਚ ਰਹਿ ਰਹੇ ਹਨ। ਉਸ ਹੋਸਟਲ ਦੇ ਵਿੱਚ ਜਾਂ ਯੂਨੀਵਰਸਿਟੀ ਅਕੋਮੋਡੇਸ਼ਨ ਵਿੱਚ ਸਟੂਡੈਂਟ ਤਾਂ ਰਹਿ ਸਕਦਾ ਹੈ, ਉਹਦਾ ਸਪਾਊਸ ਜਾਂ ਬੱਚੇ ਨਹੀਂ ਰਹਿ ਸਕਦੇ। ਸੋ ਕੁਝ ਏਜੰਟ ਇਦਾਂ ਦੀਆਂ ਗਲਤੀਆਂ ਕਰਦੇ ਹਨ। ਸੋ ਇਹਦੇ 'ਚ ਰਿਕਮੈਂਡਡ ਹੈ ਕਿ ਆਪਾਂ ਉੱਥੇ ਹਸਬੈਂਡ ਦਾ ਆਪਣੀ ਪ੍ਰਾਈਵੇਟ ਅਕੋਮੋਡੇਸ਼ਨ, ਪ੍ਰਾਈਵੇਟ ਪ੍ਰੋਪਰਟੀ ਦਿਖਾਈਏ। ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਸਪਾਊਸ ਕੇਸ ਵਿੱਚ F1 ਜਾਂ ਪਹਿਲਾਂ F1 ਹੈ ਫਿਰ F2 ਹੈ, ਆਪਾਂ ਕਦੀ ਵੀ ਦੋਨਾਂ ਦੀ ਇੰਟਰਵਿਊ ਇਕੱਠੀ ਨਹੀਂ ਕਰਵਾਉਣੀ ਹੁੰਦੀ, ਬਿਕੋਜ਼ ਉਸ ਟਾਈਮ ਸਾਨੂੰ ਕਨਵਿੰਸ ਕਰਨਾ ਬਹੁਤ ਔਖਾ ਹੈ ਵੀਜ਼ਾ ਆਫਿਸਰ ਨੂੰ ਕਿ ਉਹ ਆਪਾਂ ਨੂੰ ਵੀਜ਼ਾ ਦੇ ਦੇਵੇ। ਸੋ ਰਿਕਮੈਂਡਡ ਇਹੀ ਹੈ ਕਿ ਪਹਿਲਾਂ ਹਸਬੈਂਡ ਉੱਥੇ ਪਹੁੰਚ ਜਾਵੇ, ਫਿਰ 2-4 ਮਹੀਨੇ ਬਾਅਦ ਵਾਈਫ ਦੀ ਫਾਈਲ ਲਗਾਈ ਜਾਵੇ। ਸੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹੋਰ ਕੀ ਕੁਐਸਚਨ ਪੁੱਛੇ ਜਾ ਸਕਦੇ ਹਨ। ਦੇਖੋ, ਕੁਐਸਚਨ ਪੁੱਛੇ ਜਾ ਸਕਦੇ ਹਨ ਤੁਹਾਡੇ ਫਾਈਨੈਂਸ਼ੀਅਲਸ ਬਾਰੇ, ਤੁਹਾਡੀ ਪ੍ਰਾਪਰਟੀ ਬਾਰੇ, ਜਿਹੜੇ ਆਪਾਂ ਆਲਰੇਡੀ ਡਿਸਕਸ ਕਰ ਰਹੇ ਹਾਂ, ਜਾਂ ਬੱਚਿਆਂ ਬਾਰੇ ਕੁਐਸਚਨ, ਤੁਹਾਡੀ ਮੈਰਿਜ ਕਦੋਂ ਹੋਈ ਇਹਦੇ ਬਾਰੇ ਪੁੱਛ ਸਕਦੇ, ਤੁਸੀਂ ਕਿੰਨੇ ਚਿਰ ਤੋਂ ਨਾਲ ਰਹਿ ਰਹੇ ਸੀਗੇ, ਫਿਰ ਤੁਹਾਡੇ ਹਸਬੈਂਡ ਤੁਹਾਨੂੰ ਛੱਡ ਕੇ ਕਿਉਂ ਗਏ, ਜਾਂ ਤੁਹਾਡੇ ਹਸਬੈਂਡ ਕੀ ਬਿਜ਼ਨਸ ਕਰਦੇ ਸਨ ਜਾਂ ਕੀ ਜੌਬ ਕਰਦੇ ਸਨ। ਸੋ ਇਦਾਂ ਦੀ ਕੁਐਸਚਨਿੰਗ ਹੋ ਸਕਦੀ ਹੈ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗੇ ਕਿ ਬੰਦਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਜਾਂ ਬੰਦਾ ਡਿਜ਼ਰਵਿੰਗ ਵੀ ਹੈ US ਲਈ F2 ਵੀਜ਼ਾ ਜਾਣ ਦੇ ਲਈ, ਰਾਈਟ। ਐਂਡ ਇਨ ਐਨੀ ਆਫ ਦਾ ਕੇਸ ਤੁਹਾਡੇ ਕੋ ਉਹੀ ਸਾਰੀਆਂ ਪਾਵਰਸ ਹਨ ਜਿਹੜੀਆਂ F1 ਕੋਲ ਹਨ। ਜੇ ਤੁਹਾਡੇ ਹਸਬੈਂਡ ਨੂੰ 5 ਸਾਲ ਦਾ ਵੀਜ਼ਾ ਮਿਲਿਆ ਹੈ ਤਾਂ ਤੁਹਾਨੂੰ ਵੀ 5 ਸਾਲ ਦਾ ਹੀ ਵੀਜ਼ਾ ਮਿਲੇਗਾ, ਤੁਹਾਡੇ ਬੱਚਿਆਂ ਨੂੰ ਵੀ 5 ਸਾਲ ਦਾ ਹੀ ਵੀਜ਼ਾ ਮਿਲੇਗਾ। ਐਂਡ ਇੰਪੋਰਟੈਂਟ ਹੈ ਕਿ ਕੁਝ ਲੋਕ ਆ ਕੇ ਪੁੱਛਦੇ ਹਨ ਜੇ ਬੱਚੇ ਛੋਟੇ ਹਨ 2 ਜਾਂ 2.5 ਸਾਲ ਦੇ, ਕੀ ਉਹਨਾਂ ਦੇ ਬਾਇਓਮੈਟ੍ਰਿਕ ਹੋਣਗੇ ਜਾਂ ਕੀ ਇਸ ਤੋਂ ਇਲਾਵਾ ਉਹਨਾਂ ਦੀ ਇੰਟਰਵਿਊ ਹੋਏਗੀ? ਨਹੀਂ, ਬਿਲਕੁਲ ਨਹੀਂ। ਤੁਸੀਂ ਸਿਰਫ ਬੱਚਿਆਂ ਦੀ ਫੋਟੋਜ਼ ਲੈ ਕੇ ਜਾ ਸਕਦੇ ਹੋ, ਤੁਹਾਨੂੰ ਬਾਇਓਮੈਟ੍ਰਿਕ ਕਰਾਉਣ ਦੀ ਜ਼ਰੂਰਤ ਨਹੀਂ ਹੈ। ਬੱਚਿਆਂ ਦੀ ਫੋਟੋ ਹੀ ਐਮਬੈਸੀ 'ਚ ਕੈਰੀ ਕਰੋਗੇ ਉਹ ਵੀ ਚੱਲ ਸਕਦਾ ਹੈ। ਹਾਂ, ਜੇ ਤੁਹਾਨੂੰ ਲੱਗਦਾ ਮੈਂ ਬੱਚੇ ਵੀ ਐਮਬੈਸੀ ਲੈ ਕੇ ਜਾਣੇ ਆ ਬਾਇਓਮੈਟ੍ਰਿਕ ਵਾਲੇ ਦਿਨ, ਉਸ ਦਿਨ ਤੁਸੀਂ ਲੈ ਕੇ ਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਬਟ ਇੰਟਰਵਿਊ ਦੇ ਟਾਈਮ ਤੇ ਇਕੱਲੇ ਹਸਬੈਂਡ ਨੂੰ ਜਾਂ ਮੇਨ ਐਪਲੀਕੈਂਟ ਨੂੰ ਜਿਹੜਾ F2 ਲਈ ਜਾ ਰਿਹਾ ਉਹਨੂੰ ਬੁਲਾਇਆ ਜਾਂਦਾ ਹੈ, ਬੱਚਿਆਂ ਨੂੰ ਇੰਟਰਵਿਊ ਟਾਈਮ ਤੇ ਬਿਲਕੁਲ ਵੀ ਨਹੀਂ ਬੁਲਾਇਆ ਜਾਂਦਾ। ਸੋ ਅੱਗੇ ਆਪਾਂ ਜੇ ਗੱਲ ਕਰੀਏ ਕਿ ਜੇ 100% ਵੀਜ਼ਾ ਲੈਣਾ ਹੋਵੇ ਤਾਂ ਤੁਸੀਂ ਕਰਨਾ ਕੀ ਹੈ। ਦੇਖੋ, ਮੈਂ ਤੁਹਾਨੂੰ ਸਿਰਫ ਇਹੀ ਗੱਲ ਬੋਲਾਂਗਾ, ਤੁਸੀਂ ਕਿਤੋਂ ਵੀ F1 ਵੀਜ਼ਾ ਕਰਵਾ ਚੁੱਕੇ ਹੋ, ਰਾਈਟ, ਤੁਸੀਂ F2 ਲਈ ਇੱਕ ਵਾਰੀ IBT ਨੂੰ ਜ਼ਰੂਰ ਕੰਸਲਟ ਕਰੋ। ਹੋ ਸਕਦਾ ਹੈ ਕਿ ਤੁਹਾਡੇ ਕੰਸਲਟੈਂਟ ਦੀ ਇੰਨੀ ਕੁ ਗਲਤੀ ਕਰਕੇ ਤੁਹਾਡਾ F2 ਦਾ ਜਾਂ ਤੁਹਾਡੇ ਬੱਚਿਆਂ ਦਾ ਵੀਜ਼ਾ ਆਂਦਾ ਹੀ ਰਹਿ ਜਾਵੇ। ਜੋ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਹਨ ਉਹ ਸਿਰਫ 5 ਜਾਂ 10% ਹਨ ਜਿਹੜਾ ਅਸੀਂ ਸਾਰਾ ਕੁਝ ਕਰਦੇ ਹਾਂ। ਸਾਡੇ ਕੋਲ ਬਹੁਤ ਵੱਡੀ ਟੀਮ ਹੈ ਅਤੇ ਮੋਸਟ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਤੁਹਾਡੀ ਇੰਟਰਵਿਊ ਹੈ ਉਹ ਕੀ ਇੰਗਲਿਸ਼ 'ਚ ਹੋਏਗੀ, ਪੰਜਾਬੀ 'ਚ ਹੋਏਗੀ ਜਾਂ ਹਿੰਦੀ 'ਚ ਹੋਏਗੀ। ਦੇਖੋ, ਇੱਕ ਚੀਜ਼ ਮੈਂ ਬਿਲਕੁਲ ਕਲੀਅਰ ਕਰ ਦਵਾਂ, ਤੁਹਾਡੀ ਜਿਹੜੀ F2 ਦੀ ਇੰਟਰਵਿਊ ਹੈ ਉਹ ਕੰਪਲੀਟਲੀ ਇੰਗਲਿਸ਼ ਵਿੱਚ ਹੋਣ ਵਾਲੀ ਹੈ। ਅਸੀਂ ਲੇਟੈਸਟ ਕੇਸ ਵਿੱਚ ਇਹ ਐਕਸਪੈਰੀਮੈਂਟ ਕਰਕੇ ਦੇਖ ਚੁੱਕੇ ਹਾਂ। ਅਸੀਂ ਹਰਪ੍ਰੀਤ ਸਿੰਘ ਨੂੰ ਬੋਲਿਆ ਕਿ ਤੁਸੀਂ ਜਾ ਕੇ ਵੀਜ਼ਾ ਆਫਿਸਰ ਨੂੰ ਪੁੱਛ ਲੈਣਾ that are you comfortable in Punjabi or Hindi, and he said no, I'm not comfortable in Punjabi and Hindi। and ਫਿਰ ਉਹਨੇ ਪੁੱਛਿਆ are you comfortable in English, and ਹਰਪ੍ਰੀਤ ਸਿੰਘ ਦਾ ਇਹ ਜਵਾਬ ਸੀ yes I'm little bit comfortable in English। ਸੋ ਫਿਰ ਕੁਐਸਚਨਿੰਗ ਸਟਾਰਟ ਹੁੰਦੀ ਹੈ। ਦੇਖੋ, F2 ਦੀ ਫਲੂਐਂਸੀ ਬਹੁਤ ਵਧੀਆ ਬਿਲਕੁਲ ਨਹੀਂ ਚਾਹੀਦੀ। F2 ਨੂੰ ਸਿਰਫ ਜਾਂ ਸਪਾਊਸ ਨੂੰ ਇੰਨੀ ਕਿ ਇੰਗਲਿਸ਼ ਆਣੀ ਚਾਹੀਦੀ ਹੈ ਜਿੰਨਾ ਤੁਸੀਂ ਆਪਣੇ ਥਾਟਸ ਟ੍ਰਾਂਸਫਰ ਕਰ ਸਕੋ। ਸੋ ਥਾਟਸ ਟ੍ਰਾਂਸਫਰ ਦਾ ਮਤਲਬ ਕੀ ਹੈ? ਸੋ ਲੈਟਸ ਸਪੋਜ਼ ਦਾ ਵੀਜ਼ਾ ਆਫਿਸਰ ਹੈਜ਼ ਆਸਕਡ ਦਾ ਕੁਐਸਚਨ that which university is your spouse is studying, so you should directly say International American University, that's it। So when did you get married? So around 2013 or 2014। so ਤੁਹਾਡੇ ਜਿਹੜੇ ਕੁਐਸਚਨਸ ਦੇ ਆਨਸਰ ਆ ਉਹ ਟੂ ਦਾ ਪੁਆਇੰਟ ਹੋ ਸਕਦੇ ਹਨ। so how many kids you have? let's suppose visa officer asks this question, so your answer should be like one is of 3 years and second one is of 5 years। ਮਤਲਬ ਤੁਸੀਂ ਜੋ ਵੀ ਬੋਲਣਾ ਹੈ ਟੂ ਦਾ ਪੁਆਇੰਟ ਬੋਲਣਾ, ਉਹਨਾਂ ਨੂੰ ਤੁਹਾਡੀ ਫਲੂਐਂਸੀ ਜਾਂ ਕਿਸੇ ਵੀ ਚੀਜ਼ ਨਾਲ ਲੈਣਾ ਦੇਣਾ ਨਹੀਂ ਹੈ। let's suppose then they ask the question what's your profession, what you do, and let's suppose ਤੁਸੀਂ ਬਿਜ਼ਨਸ ਕਰਦੇ, you should say I'm doing a business or I do business।
ਸੋ ਉਹਨਾਂ ਨੂੰ ਸਿਰਫ ਇਹ ਸਮਝ ਆਉਣਾ ਚਾਹੀਦਾ ਹੈ ਕਿ ਤੁਸੀਂ ਇੰਗਲਿਸ਼ ਸਮਝ ਸਕਦੇ ਹੋ ਜਾਂ ਥੋੜੀ ਬਹੁਤੀ ਬੋਲ ਸਕਦੇ ਹੋ। ਇੱਥੇ ਕੋਈ ਫਲੂਐਂਸੀ ਦੀ ਲੋੜ ਨਹੀਂ ਹੈ ਅਤੇ ਬੱਚਿਆਂ ਨੂੰ ਤੇ ਐਮਬੈਸੀ ਲੈ ਕੇ ਨਹੀਂ ਜਾਣਾ। ਸੋ ਇਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ, ਬੱਚਿਆਂ ਦਾ ਇੰਟਰਵਿਊ ਨਹੀਂ ਹੋਏਗਾ। ਸੋ ਤੁਹਾਡੇ ਤੇ ਹੀ ਡਿਪੈਂਡ ਕਰਦਾ ਹੈ ਕਿ ਤੁਹਾਡੇ ਬੱਚਿਆਂ ਦਾ ਵੀਜ਼ਾ ਆਣਾ ਜਾਂ ਨਹੀਂ ਆਣਾ। ਸੋ IBT ਵਿੱਚ ਇਸ ਚੀਜ਼ ਦਾ ਬਹੁਤ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਤੁਹਾਡਾ ਪ੍ਰੋਸੈਸ ਵਧੀਆ ਚੱਲੇ। ਸੋ ਇਸ ਪ੍ਰੋਸੈਸ ਵਿੱਚ ਜਿਹੜਾ ਟਾਈਮ ਲੱਗੇਗਾ ਉਹ ਲੱਗੇਗਾ 3 ਤੋਂ 4 ਮਹੀਨੇ ਦਾ, ਬਿਕੋਜ਼ ਤੁਹਾਡੀ ਹੀ ਯੂਨੀਵਰਸਿਟੀ ਤੋਂ ਸਪਾਊਸ ਲਈ I-20 ਫਾਰਮ ਮੰਗਵਾਉਣੇ ਹੁੰਦੇ ਨੇ, ਫਿਰ DS-160 ਫਾਰਮ ਫਿਲ ਕਰਨਾ ਹੈ ਐਂਡ ਇਸ ਤੋਂ ਇਲਾਵਾ ਆਪਾਂ ਇੰਟਰਵਿਊ ਲਈ ਪ੍ਰਿਪੇਅਰ ਕਰਵਾਉਣਾ ਹੁੰਦਾ ਹੈ। ਜਿਹੜਾ ਇੰਟਰਵਿਊ ਵਾਲਾ ਕੰਮ ਹੈ ਉਹ ਬਹੁਤ ਹੀ ਇੱਥੇ ਸੀਰੀਅਸ ਐਂਡ ਇੰਪੋਰਟੈਂਟ ਹੈ, ਬਿਕੋਜ਼ ਉਹ ਜਿਹੜੇ ਕੁਐਸਚਨ ਪੁੱਛਦੇ ਹਨ ਉਹਨੂੰ IBT ਤੁਹਾਨੂੰ ਗਾਰੰਟੀ ਦਿੰਦਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਾ ਕੇ ਭੇਜਾਂਗੇ ਤੇ ਉਸ ਤੋਂ ਬਾਹਰ ਕੁਝ ਵੀ ਨਹੀਂ ਆਏਗਾ। ਸੋ ਜੇ ਤੁਸੀਂ ਵੀ ਆਪਣਾ F2 ਦਾ ਕੇਸ ਕਰਵਾਉਣਾ ਚਾਹੁੰਦੇ ਹੋ, ਆਲਰੇਡੀ F1 ਕੇਸ ਆਇਆ ਹੋਇਆ ਹੈ ਜਾਂ ਤੁਹਾਡਾ ਕੇਸ F2 ਦਾ ਪਹਿਲਾਂ ਰਿਫਿਊਜ਼ ਹੋ ਚੁੱਕਾ ਹੈ, ਤੁਸੀਂ ਆ ਕੇ ਇੱਕ ਵਾਰੀ ਮੈਨੂੰ ਜ਼ਰੂਰ ਮਿਲੋ। ਤੁਸੀਂ ਜਲੰਧਰ ਆਫਿਸ ਕਦੀ ਵੀ ਵਿਜ਼ਿਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 8677812345 ਤੇ, ਜਾਂ ਮੈਨੂੰ ਪ੍ਰਦੀਪ ਸਿੰਘ ਨੂੰ ਆ ਕੇ ਕਿਸੇ ਵੀ ਟਾਈਮ ਮਿਲ ਸਕਦੇ ਹੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।